ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਕਣਕਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਕਣਕਾਂ ਸਾਡੇ ਤੱਕ ਕਿਸ ਤਰ੍ਹਾਂ ਪਹੁੰਚਦੀਆਂ ਨੇ, ਕਿਹੜੇ ਮਰਾਹਲ ਚੋਂ ਕੇ ਗੁਜ਼ਰਦੀਆਂ ਨੇ, ਆਓ ਤੁਹਾਨੂੰ ਅੱਜ ਦਿਖਾਉਂਦੇ ਹਾਂ। 13 ਵਿਸਾਖ ਨੂੰ ਤਕਰੀਬਨ ਵਾਢੀ ਪੈ ਜਾਂਦੀ ਹੈ। ਸਾਰੀ ਫੈਮਲੀਆਂ ਲੱਗ-ਲੱਗ ਕੇ ਕਟਾਈ ਕਰਦੀਆਂ, ਉਸ ਤੋਂ ਬਾਅਦ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾਂਦਾ। अस्सलामुअलैकुम, मैं ਤੁਹਾਡਾ ਹੋਸਟ ਜਵੇਦ ਖਾਲਿਕ ਚੱਕ ਨੰਬਰ 3512 ਚੀਚਾ ਵਤਨੀ ਚ ਮੌਜੂਦ। ਇਸ ਟਾਈਮ ਮੇਰੇ ਨਾਲ ਮੌਜੂਦ ਨੇ ਮਲਕ ਅਤੀਕੁਰ ਰਹਿਮਾਨ ਸਾਹਿਬ, ਜਿਨ੍ਹਾਂ ਦੀ ਕਣਕ ਕੱਢੀ ਜਾ ਰਹੀ ਹੈ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕਣਕ ਕਦੋਂ ਬੀਜੀ ਜਾਂਦੀ ਹੈ, ਕਦੋਂ ਕੱਢੀ ਜਾਂਦੀ ਹੈ। ਸਾਨੂੰ ਪੂਰੀ ਡਿਟੇਲ ਜ਼ਰਾ ਦੱਸੋ ਕਿ ਇਹਦਾ ਕੀ ਪ੍ਰੋਸੈਸ ਹੈ। ਇਹ ਕਣਕ ਜੀ ਤਕਰੀਬਨ 15 ਨਵੰਬਰ ਤੋਂ ਬਾਅਦ ਕਾਸ਼ਤ ਕੀਤੀ ਜਾਂਦੀ ਹੈ ਤੇ ਇਹਦੀ ਕਟਾਈ ਦਾ ਜਿਹੜਾ ਮਰਹਲਾ ਤਕਰੀਬਨ 4 ਤੋਂ 5 ਮਹੀਨੇ ਦੀ ਇਹ ਫਸਲ ਹੈ। 5 ਮਹੀਨੇ 'ਚ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਜਿਹੜੇ ਆਪਣੇ ਦੇਸੀ ਮਹੀਨੇ ਹੁੰਦੇ ਆ, ਜਿਹਨੂੰ ਵਿਸਾਖੀ ਕਿਹਾ ਜਾਂਦਾ ਹੈ, 13 ਵਿਸਾਖ ਜਿਹੜੀ ਹੈ ਨਾ ਉਹਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ ਤੇ 13 ਵਿਸਾਖ ਨੂੰ ਤਕਰੀਬਨ ਵਾਢੀ ਪੈ ਜਾਂਦੀ ਹੈ। ਜੇ ਕੋਈ ਮੌਸਮੀ ਅਸਰਾਤ ਨਾ ਹੋਣ, ਕੋਈ ਬਾਰਿਸ਼ ਨਾ ਹੋਵੇ ਤਾਂ ਤਕਰੀਬਨ ਮੋਸਟਲੀ 13 ਵਿਸਾਖ ਨੂੰ ਵਾਢੀ ਪੈ ਜਾਂਦੀ ਹੈ। ਤੇ ਵਾਢੀ ਦੇ ਮਰਾਹਲ ਇਹ ਆ ਕਿ ਪਹਿਲਾਂ ਤੇ ਉਹੀ ਮੈਥਡ ਚੱਲ ਰਿਹਾ ਪੁਰਾਣਾ ਹੀ ਕਿ ਹੱਥ ਨਾਲ ਕਟਾਈ ਕੀਤੀ ਜਾਂਦੀ ਹੈ, ਲੇਕਿਨ ਇਸ ਤੋਂ ਹਟ ਕੇ ਵੀ ਥੋੜੇ ਜਿਹੇ ਜਦੀਦ ਵੀ ਆ ਗਏ ਨੇ ਫਾਰਮੂਲੇ। ਹੁਣ ਹਾਰਵੈਸਟਿੰਗ ਮਸ਼ੀਨ ਆ ਗਈ ਹੈ ਤੇ ਦੂਸਰਾ ਆ ਗਿਆ ਵਾ ਕੱਟਣ ਵਾਲੇ, ਲੇਕਿਨ ਜ਼ਿਆਦਾਤਰ ਹਲੇ ਵੀ ਉਹੀ ਹੱਥ ਵਾਲੀ ਕਟਾਈ ਚੱਲ ਰਹੀ। ਉਸ ਤੋਂ ਬਾਅਦ ਕਟਾਈ ਦੇ ਵਿੱਚ ਤਕਰੀਬਨ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਹੈ ਨਾ ਜੀ, ਉਹ ਆਪਣੇ ਦੂਸਰੇ ਕੰਮ ਧੰਦੇ ਸਾਰੇ ਛੱਡ ਕੇ ਤੇ ਇਸ ਪਾਸੇ ਸਾਰੇ ਤਵੱਜੋ ਕਰਦੇ ਨੇ ਕਿ ਚਲੋ ਯਾਰ ਸਾਲ ਦੇ ਦਾਣੇ ਬਣਾਈਏ, ਬੱਚਿਆਂ ਦਾ ਰਿਜ਼ਕ ਹੈਗਾ, ਪੂਰਾ ਸਾਲ ਇਹ ਖਾਣਾ ਹੈਗਾ। ਤੇ ਉਹ ਸਾਰੀ ਫੈਮਲੀਆਂ ਲੱਗ-ਲੱਗ ਕੇ ਤੇ ਉਹ ਜਨਾਬ ਕਟਾਈ ਕਰਦੀਆਂ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾਂਦਾ। ਫਿਰ ਥ੍ਰੈਸ਼ਰ ਜਿਸ ਕਿਸੇ ਬੰਦੇ ਦੀ ਆਪਣੀ ਆ ਤੇ ਉਹ ਆਪਣੀ ਲਾ ਲੈਂਦਾ, ਨਹੀਂ ਤੇ ਰੈਂਟ ਤੇ ਜਾਂ ਕਿਰਾਏ ਤੇ ਜਿਹਨੂੰ ਕਹਿੰਦੇ ਉਹ ਥ੍ਰੈਸ਼ਰ ਮਿਲ ਜਾਂਦੀ ਹੈ। ਤੇ ਉਸ ਤੋਂ ਬਾਅਦ ਥ੍ਰੈਸ਼ਰ ਦੇ ਵਿੱਚ ਉਹ ਦਾਣੇ ਨਿਕਲਦੇ ਨੇ। ਉਸ ਤੋਂ ਬਾਅਦ ਉਹਦੀ ਤੂੜੀ ਦੀ ਢੇਰੀ ਨੂੰ ਇਕੱਠਾ ਕਰਕੇ ਉਹਦੀ ਧਾੜ ਬਣਾਈ ਜਾਂਦੀ ਹੈ ਵੀ ਤੂੜੀ ਸੇਵ ਕਰ ਲਈਏ, ਮਹਿਫੂਜ਼ ਕਰ ਲਈਏ, ਤਾਂ ਕਿ ਜਾਨਵਰਾਂ ਦੇ ਕੰਮ ਆਏਗੀ, ਡੰਗਰਾਂ ਦੇ ਸਾਰਾ ਸਾਲ ਉਹਨਾਂ ਨੇ ਵੀ ਖਾਣੀ ਹੈ। ਤੁਸੀਂ ਇੱਕ ਕਿੱਲੇ ਚੋਂ ਜਾਂ 1 ਏਕੜ ਚੋਂ ਕੀ ਐਕਸਪੈਕਟ ਕਰ ਰਹੇ ਆ ਕਿ ਕਿੰਨੀ ਕੁ ਕਣਕ ਨਿਕਲ ਆਉਂਦੀ ਹੈ? ਅਗਰ ਮੌਸਮੀ ਹਾਲਾਤ ਸਾਥ ਦੇਣ ਤੇ ਖਾਦ ਪਾਣੀ ਪੂਰਾ ਜ਼ਿਮੀਂਦਾਰ ਨੇ ਸਹੀ ਟਾਈਮ ਤੇ ਪਾਇਆ ਹੋਵੇ ਨਾ, ਤੇ ਇਸ ਏਰੀਆ ਦੇ ਵਿੱਚ ਤਕਰੀਬਨ 50-55 ਮਣ ਏਕੜ ਕਿੱਲੇ ਦੀ ਆ ਸਕਦੀ ਹੈ। 1 ਏਕੜ ਦੀ ਇਹਨੂੰ ਅਸੀਂ ਏਕੜ ਨੂੰ ਅਸੀਂ ਪੰਜਾਬੀ ਜ਼ਬਾਨ 'ਚ ਕਿੱਲਾ ਕਹਿੰਦੇ ਆ। ਤੇ 1 ਏਕੜ ਦੀ ਜਿਹੜੀ ਨਾ 50-55 ਮਣ ਨਹੀਂ ਤੇ ਉਸ ਤੋਂ ਹਟ ਕੇ ਤਕਰੀਬਨ 40-42 ਮਣ ਐਵਰੇਜ ਜਿਹੜੀ ਨਾ ਉਹ ਕਾਊਂਟ ਕੀਤੀ ਜਾਂਦੀ ਹੈ ਇੱਥੇ। ਤੇ ਤੁਸੀਂ ਕਿੰਨਾ ਕੁ ਤੁਹਾਡਾ ਖਰਚਾ ਆ ਜਾਂਦਾ ਵਾ 1 ਏਕੜ ਤੇ ਉਹਦਾ ਤੁਹਾਨੂੰ ਤੁਸੀਂ ਕਿੰਨਾ ਪ੍ਰੋਫਿਟ ਆਪਣਾ ਨਹੀਂ ਚ ਰੱਖਦੇ ਕਿ ਅਗਰ ਇੱਥੇ ਤੱਕ ਕਣਕ ਵਿਕ ਜਾਵੇ ਜੀ ਸਾਡੇ ਵਾਰੇ ਨਹੀਂ ਆ ਰਹੇ? ਇਸ ਦਫਾ ਜਿਹੜਾ ਨਾ ਮਾਮਲਾ ਸੀ ਉਹ ਬਹੁਤ ਜ਼ਿਆਦਾ ਖਰਚੇ ਆਏ ਨੇ, ਕਿਉਂਕਿ ਖਾਦਾਂ ਦੇ ਰੇਟ ਬਹੁਤ ਜ਼ਿਆਦਾ ਤਵੱਕੁ ਤੋਂ ਵੱਧ ਗਏ ਸੀ। ਤੇ ਸਾਡੀ ਸੋਚ ਸੀਗੀ ਕਿ ਇਸ ਦਫਾ ਗਵਰਨਮੈਂਟ ਜਿਹੜੀ ਆ ਕੋਈ ਰੇਟ ਜ਼ਿਆਦਾ ਵਧਾਏਗੀ ਤੇ ਸਾਨੂੰ ਜ਼ਿਆਦਾ। ਕਿੰਨਾ ਰੇਟ ਨਹੀਂ ਚ ਰੱਖਿਆ ਹੈ? ਯਾਨੀ ਸਾਡਾ ਆਈਡੀਆ ਸੀ ਕਿ ਇਸ ਦਫਾ ਅਗਰ 5000 ਰੁਪਇਆ ਗਵਰਨਮੈਂਟ ਇੱਕ ਮਣ ਗੰਦਮ ਦਾ ਰੇਟ ਕਰੇ ਨਾ ਤੇ ਫਿਰ ਸਾਨੂੰ ਕੋਈ ਉਹਦੇ ਵਿੱਚ ਰੋਣ ਦੀ ਰੋਟੀ ਬਚਦੀ ਸੀ। ਲੇਕਿਨ ਇਸ ਦਫਾ ਜਿਹੜੀ ਸਿਚੁਏਸ਼ਨ ਜਾਂ ਜਿਹੜੇ ਹਾਲਾਤ ਨੇ ਤੇ ਗਵਰਨਮੈਂਟ ਖਰੀਦ ਵੀ ਕੋਈ ਨਹੀਂ ਕਰ ਰਹੀ, ਤਕਰੀਬਨ ਬਰਾਬਰਾਂ 'ਚ ਕਹਿ ਰਿਹਾ। ਇਸ ਦਫਾ ਤੇ ਕਮੇਟੀ ਪਾਉਣ ਵਾਲੀ ਗੱਲ ਹੋਈ ਪਈ। 1 ਏਕੜ ਦਾ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਕੁ ਐਕਸਪੈਂਸ ਆ ਜਾਂਦਾ ਵਾ ਬਜਾਈ ਤੋਂ ਲੈ ਕੇ ਕਟਾਈ ਤੱਕ? ਇਹ ਜੇ ਸਭ ਬਜਾਈ ਤੋਂ ਲੈ ਕੇ ਗਾਈ ਤੱਕ ਤਕਰੀਬਨ 1 ਏਕੜ ਤੇ 50 ਤੋਂ 55000 ਰੁਪਇਆ ਖਰਚਾ ਆ ਰਿਹਾ ਇਸ ਵਕਤ, ਕਿਉਂਕਿ ਇੱਕ ਡੀਏਪੀ ਦੀ ਬੋਰੀ ਪਾਓ ਤੇ ਉਹ 15000 ਦੀ ਆ, ਪਲੱਸ 2 ਯੂਰੀਆ ਦੀਆਂ ਪਾਓ ਵੀ 5-5000। ਕੋਈ ਟਿਊਬਲਾਂ ਦੀ ਰੇਟ ਬਿਜਲੀ ਦੇ ਬਹੁਤ ਜ਼ਿਆਦਾ ਵੱਧ ਗਏ ਨੇ, ਟਿਊਬਲ ਦਾ ਪਾਣੀ ਲਗਾਉਣਾ, ਕੋਈ ਡੀਜ਼ਲ ਦਾ ਖਰਚਾ ਹੈ, ਸਾਰਾ ਕਾਊਂਟ ਕਰਕੇ ਨਾ ਤਕਰੀਬਨ 55-60000 ਦੇ ਲਾਗੇ ਤੱਕ ਖਰਚਾ ਪਹੁੰਚ ਜਾਂਦਾ। ਮੌਸਮ ਦੇ ਹਵਾਲੇ ਨਾਲ ਕਣਕਾਂ ਨੂੰ ਜ਼ਿਆਦਾ ਨੁਕਸਾਨ ਦੀ ਚੀਜ਼ ਕਿਹੜੀ ਇਫੈਕਟ ਕਰਦੀ ਹੈ? ਦੇਖੋ ਜੀ ਸਭ ਜਦੋਂ ਕਣਕ ਕਾਸ਼ਤ ਕੀਤੀ ਜਾਂਦੀ ਹੈ ਉਸ ਵੇਲੇ ਅਮੂਮਨ ਸਰਦੀ ਦਾ ਮੌਸਮ ਸਟਾਰਟ ਹੋ ਰਿਹਾ ਹੁੰਦਾ ਵਾ ਤੇ ਸਖਤ ਸਰਦੀ ਜਿਹੜੀ ਆ ਉਹ ਹਮੇਸ਼ਾ ਕਣਕ ਦੀ ਫੇਵਰ ਦੇ ਵਿੱਚ ਹੀ ਰਹੀ ਆ, ਕਣਕ ਨੂੰ ਸਪੋਰਟ ਕਰਦੀ ਆ ਉਹਦੀ ਫਸਲ ਝਾੜ ਵਾਸਤੇ। ਤੇ ਇਹਦੇ ਦੌਰਾਨ ਅਗਰ 1-2 ਬਾਰਿਸ਼ਾਂ ਹੋ ਜਾਣ ਤੇ ਬਹੁਤ ਹੀ ਅੱਛਾ, ਲੇਕਿਨ ਜਦੋਂ ਕਣਕ ਪੱਕ ਕੇ ਤਿਆਰ ਹੁੰਦੀ, ਸਿੱਟੇ ਤੇ ਆਉਂਦੀ ਹੈ ਨਾ, ਉਸ ਵੇਲੇ ਬਹੁਤ ਜ਼ਿਆਦਾ ਨਾ ਕਹਿ ਲੋ ਕਿ ਨਾਜ਼ੁਕ ਸਿਚੁਏਸ਼ਨ ਹੁੰਦੀ ਆ ਗੰਦਮ ਦੀ। ਅਗਰ ਉਸ ਵਕਤ ਬਾਰਿਸ਼ ਹੋ ਕੇ ਹਨੇਰੀ ਝੱਖੜ ਵਗੈਰਾ ਆ ਜਾਣ ਤੇ ਫਿਰ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ। ਤੇ ਅਮੂਮੀ ਤੌਰ ਤੇ ਪਿਛਲੇ 2-4 ਸਾਲ ਤੋਂ ਮੌਸਮ ਜਿਹੜਾ ਵਾ ਉਹ ਕਿਸੇ ਦੀ ਫੇਵਰ 'ਚ ਨਹੀਂ ਜਾ ਰਿਹਾ ਹੈਗਾ। ਮੌਸਮੀ ਹਾਲਾਤ ਨੂੰ ਤੁਸੀਂ ਕਹਿ ਹੀ ਨਹੀਂ ਸਕਦੇ ਕੱਲ ਨੂੰ ਕੀ ਹੋਣਾ ਵਾ। ਜ਼ਿਮੀਂਦਾਰ ਬਹੁਤ ਜ਼ਿਆਦਾ ਮੌਸਮੀ ਹਾਲਾਤ ਤੋਂ ਮੁਤਾਸਰ ਹੋਏ ਪਏ ਨੇ। ਇਸ ਟਾਈਮ ਜਿਹੜੀ ਪਿੱਛੇ ਕਣਕ ਪਈ ਹੈ ਇਹ ਕਿੰਨੇ ਏਕੜ ਦੀ ਹੈ ਔਰ ਇਹਦੀ ਗਹਾਈ ਤੇ ਕਿੰਨੇ ਬੰਦੇ ਇਸ ਟਾਈਮ ਕੰਮ ਕਰ ਰਹੇ? ਇਹ ਜਿਵੇਂ ਸਰ ਤਕਰੀਬਨ 3 ਏਕੜ ਕਣਕ ਪਈ ਆ ਪਿੱਛੇ, ਤੇ ਇਹਦੀ ਇਸ ਵੇਲੇ ਗਹਾਈ ਦੇ ਤਕਰੀਬਨ 6 ਤੋਂ 7 ਬੰਦੇ ਲੱਗੇ ਹੋਏ ਨੇ। ਤੁਹਾਨੂੰ ਪਤਾ 2 ਬੰਦੇ ਭਰੀਆਂ ਸੁੱਟਦੇ ਵਿੱਚ ਟਰਾਲੀ ਦੇ ਤੇ 1 ਬੰਦਾ ਗਾਲਾ ਲਾ ਰਿਹਾ, ਫਿਰ ਉਹਦੀ ਰੈਸਟ ਵਾਸਤੇ ਮੁਤਬਾਦਲ ਬੰਦਾ ਵੀ ਬੈਠਾ ਹੁੰਦਾ ਤੇ 2 ਬੰਦੇ ਦਾਣਿਆਂ ਤੇ ਹੁੰਦੇ ਨੇ, ਬੋਰੇ ਭਰਦੇ ਨੇ ਦਾਣੇ, ਇੱਕ ਸਾਈਡ ਤੇ ਕੱਢਦੇ ਨੇ। ਇਸ ਤਰ੍ਹਾਂ 7-8 ਬੰਦੇ ਜਿਹੜੇ ਨਾ ਇਹ ਤਕਰੀਬਨ ਇਸ ਵੇਲੇ ਕੰਮ ਕਰ ਰਹੇ ਨੇ। ਔਰ 3 ਕਿੱਲਿਆਂ ਦੀ ਕਣਕ ਕਿੰਨੀ ਦੇਰ 'ਚ ਨਿਕਲ ਆਏਗੀ? ਇਹ ਤਕਰੀਬਨ 3 ਕਿੱਲਿਆਂ ਦੀ ਕਣਕ ਅਗਰ ਤੇ ਬਹੁਤ ਜ਼ਿਆਦਾ ਖੁਸ਼ਕ ਕਣਕ ਹੋਵੇ ਤੇ ਤਕਰੀਬਨ ਉਹਨੂੰ 5 ਤੋਂ 5 ਘੰਟੇ 'ਚ ਨਿਕਲਣਾ ਚਾਹੀਦਾ। ਲੇਕਿਨ ਅੱਜ ਕੀ ਮੌਸਮ ਬਹੁਤ ਜ਼ਿਆਦਾ ਸਰਦ ਚੱਲਿਆ ਵਾ ਤੇ ਤਕਰੀਬਨ 8 ਘੰਟੇ 7 ਘੰਟੇ ਲੱਗ ਜਾਂਦੇ 3 ਕਿੱਲਿਆਂ ਨੂੰ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਕਿ ਕਣਕਾਂ ਕਿਹੜੇ ਮਰਾਹਲ 'ਚ ਹੋ ਕੇ ਘਰ ਤੱਕ ਪਹੁੰਚਦੀਆਂ ਨੇ। ਇਸ ਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮੁਲਾਕਾਤ ਹੋਏਗੀ ਕਿਸੇ ਅਗਲੇ ਐਪੀਸੋਡ
ਉਦੋਂ ਤੱਕ ਵਾਸਤੇ ਅੱਲਾ ਨਿਗਹਿਬਾਨ।